सब तो पहला तो मैं ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਮਾਂ ਕੱਢਿਆ। ਅਸਲੀ ਗੱਲ ਹੈ ਕਿ हेलो जिस दिन तो कैप्टन अमरिंदर सिंह जी महाराज जी कोई ਜਿਹੜੇ ਦਿੱਲੀ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਆਏ ਆ, ਉਸ ਦਿਨ ਤੋਂ ਬੜੀਆਂ ਸਿਲੈਕਟਿਵ ਜੀਆਂ ਲੀਕੇਜ ਤੇ ਜਿਹਦੇ ਵਿੱਚ ਜਿਹੜੇ ਡੋਜ਼ੀਅਰ ਬਣਾ ਕੇ ਦਿੱਤੇ ਗਏ ਆ ਐਮਐਲਏਜ਼ ਤੇ ਮਿਨਿਸਟਰਸ ਦੇ, ਤੇ ਉਹਦੀਆਂ ਖਬਰਾਂ ਕਾਫੀ ਆ ਰਹੀਆਂ। ਇੱਕ ਤਾਂ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਤੁਸੀਂ ਪਬਲਿਕਲੀ ਦੱਸੋ ਵੀ ਜੇ ਇਹ ਡੋਜ਼ੀਅਰ ਗਏ ਆ ਤੇ ਇਹ ਕਰਪਟ ਬੰਦੇ ਕਿਹੜੇ, ਕਿ ਜੇ ਮੇਰਾ ਵੀ ਉਹਦੇ ਵਿੱਚ ਹੈਗਾ ਤਾਂ ਮੇਰਾ ਵੀ ਸਭ ਤੋਂ ਪਹਿਲਾਂ ਭਾਵੇਂ ਜਿਹੜਾ ਕੱਢ ਕੇ ਦੱਸੋ। ਔਰ ਹੈਰਾਨਗੀ ਦੀ ਗੱਲ ਪਤਾ ਕੀ ਆ ਕਿ ਇੱਕ ਮਿਨਿਸਟਰ ਜਿਹੜਾ 2 ਵਾਰੀ ਇੱਕ ਜ਼ਮੀਨ ਦੀ ਕੰਪਨਸੇਸ਼ਨ ਲੈ ਗਿਆ, ਉਹ ਅੱਜ ਕੱਲ ਜਿਹੜੇ ਸ਼ਾਰਪ ਸ਼ੂਟਰ ਬਣੇ ਰਹੇ ਆ ਕੈਪਟਨ ਅਮਰਿੰਦਰ ਸਿੰਘ ਜੀ, ਕਿੱਥੇ ਕੁ ਤੱਕ ਆਪਾਂ ਇਹਨਾਂ ਨੂੰ ਲੁਕੋ ਲਵਾਂਗੇ, ਕਿੱਥੇ ਕੁ ਤੱਕ ਆਪਾਂ ਸਿਲੈਕਟਿਵ ਲੀਕੇਜ ਕਰਕੇ ਸਿਲੈਕਟਿਵ ਬੰਦਿਆਂ ਦੇ ਡੋਜ਼ੀਅਰ ਬਣਾ ਕੇ, ਤੇ ਜੇ ਹੁਣ ਤੱਕ ਜੇ ਤੁਹਾਨੂੰ ਸਾਰੀਆਂ ਇਹਨਾਂ ਚੀਜ਼ਾਂ ਦਾ ਪਤਾ ਸੀ ਤਾਂ ਫਿਰ ਆਪਾਂ ਕਿੱਥੇ ਖੜੇ ਆ। ਜੇ ਇਹ ਇਨ ਰਾਈਟਿੰਗ ਦੇ ਕੇ ਆਏ ਆ, ਇਹ ਕਲੈਰੀਫਾਈ ਕਰਨ, ਜੇ ਇਨ ਰਾਈਟਿੰਗ ਦੇ ਕੇ ਆਏ ਆ ਤਾਂ ਫਿਰ ਇਹ ਇਹਨਾਂ ਦੀ ਇੱਕ ਕਨਫੈਸ਼ਨਲ ਸਟੇਟਮੈਂਟ ਆ ਕਿ ਹੀ ਇਜ਼ ਰਨਿੰਗ ਏ ਕਰਪਟ ਗਵਰਨਮੈਂਟ। ਔਰ ਮੈਂ ਤਾਂ ਇਸ ਗੱਲ ਤੇ ਹੈਰਾਨ ਹੈ, ਆ ਮੇਰੇ ਕੋਲ ਕਾਗਜ਼ ਹੈਗੇ ਆ, ਗਵਰਨਮੈਂਟ ਨੇ 4 ਸਾਲ ਪਹਿਲਾਂ ਇੱਕ ਇਰੀਗੇਸ਼ਨ ਘੁਟਾਲਾ ਫੜਿਆ ਤੇ ਉਸ ਘੁਟਾਲੇ ਦੇ ਵਿੱਚ ਕਨਫੈਸ਼ਨਲ ਸਟੇਟਮੈਂਟ ਵੀ ਆ, ਜਿਹਦੇ ਵਿੱਚ 3 IAS ਆਫੀਸਰ ਤੇ 2 ਪੋਲੀਟੀਸ਼ੀਅਨ ਆ। ਤੇ ਜੇ ਕਨਫੈਸ਼ਨਲ ਸਟੇਟਮੈਂਟ ਵੀ ਹੈਗੀ ਆ ਤੇ ਫਿਰ ਇਹਨਾਂ ਡੋਜ਼ੀਅਰ ਦਾ ਕੀ ਬਣਿਆ, ਇਹ ਕਿੱਥੇ ਰਹਿ ਗਏ? ਕਿਉਂਕਿ ਜੇ ਇਹੋ ਜਿਹੀ ਸੋਚ ਨਾਲ ਆਪਾਂ ਚੱਲਣ ਡਏ ਆ ਤਾਂ ਫਿਰ ਆਪਾਂ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ। ਔਰ ਉਹਦੇ ਨਾਲ ਨਾਲ ਕਿਉਂਕਿ ਇਹਦੇ ਵਿੱਚ 35 ਕਰੋੜ ਤੇ 35 ਲੱਖ ਰੁਪਏ ਦਾ ਜਿਹੜਾ ਗੁਰਿੰਦਰ ਸਿੰਘ ਜਿਹੜਾ ਫੜ ਹੋਇਆ ਸੀ, ਉਹਦੀ ਸਟੇਟਮੈਂਟ ਆ, ਉਹਨੂੰ ਕਦੀ ਕਰੈਪੋਰੇਟ ਕੀਤਾ, ਉਹਦੀਆਂ ਫਰਦਰ 2 ਫਾਈਲਾਂ ਕਦੀ ਉਹ ਡਿਪਾਰਟਮੈਂਟ ਨੂੰ ਚਲੇ ਜਾਂਦੀਆਂ, ਕਦੀ ਉਹ ਕਿਸੇ ਪਾਸੇ ਨੂੰ ਚਲੇ ਜਾਂਦੀਆਂ। ਔਰ ਉਹਦੇ ਨਾਲ ਨਾਲ ਇੱਕ 1200 ਕਰੋੜ ਰੁਪਏ ਦਾ ਜਿਹੜਾ ਸੁਰਿੰਦਰਪਾਲ ਪਹਿਲਵਾਨ ਆ, ਉਹਦੇ ਤੇ ਪਰਚਾ ਦਰਜ ਕੀਤਾ ਸੀ। ਤੇ ਮੈਂ ਇਸ ਗੱਲ ਦੀ ਹੈਰਾਨਗੀ ਮਹਿਸੂਸ ਕਰਦਾ ਵੀ 1200 ਕਰੋੜ ਰੁਪਇਆ ਸਿਸਟਮ ਦੇ ਵਿੱਚੋਂ ਇੱਕੋ ਹੀ ਬੰਦਾ ਖਾ ਗਿਆ। ਉਹਦੇ ਵਿੱਚ ਨਾ ਕੋਈ ਪੋਲੀਟੀਕਲ ਬੰਦਾ ਸੀ, ਨਾ ਕੋਈ ਬਿਊਰੋਕਰੈਟ ਸੀ, ਨਾ ਕੋਈ ਥੱਲੇ ਸੀ, ਨਾ ਕੋਈ ਉੱਪਰ ਸੀ। ਤੇ ਜੇ ਇਹੋ ਜਿਹਾ ਸਿਸਟਮ ਹੈ ਤੇ ਫਿਰ ਆਪਾਂ ਜਿਹੜਾ 32,000 ਕਰੋੜ ਰੁਪਏ ਦੀਆਂ ਤਨਖਾਹਾਂ ਦਿੰਦੇ ਉਹ ਕਾਹਦੇ ਲਈ ਦਿੰਦੇ? ਉਹਨੂੰ ਕੋਈ ਸੁਪਰਵਾਈਜ਼ ਕਰਨ ਵਾਲਾ ਨਹੀਂ ਸੀ। ਅਕਾਲੀ ਦਲ ਦੀ ਸਰਕਾਰ ਸੀ, ਬੀਜੇਪੀ ਨਾਲ ਉਹਦੀ ਭਾਈਵਾਲ ਸੀ, ਤੇ ਉਹ ਕਿੱਥੇ ਐਕਸੀਕਿਊਟ ਹੋਇਆ ਮੈਨੂੰ ਨਹੀਂ ਲੱਗਦਾ ਕਦੀ ਇਸ ਗੱਲ ਤੇ। ਔਰ ਏਸੀ ਵਿਜੀਲੈਂਸ ਡਿਪਾਰਟਮੈਂਟ 2003 ਦੇ ਵਿੱਚ ਡਿਸਪ੍ਰਪੋਰਸ਼ਨੇਟ ਐਸੈਟਸ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਦੇ ਪਰਿਵਾਰ ਤੇ ਪਰਚਾ ਦਰਜ ਕੀਤਾ ਔਰ ਉਹਦਾ ਆਈਓ ਸੁਰਿੰਦਰਪਾਲ ਸੀ ਤੇ ਸੁਪਰਵਾਈਜ਼ਰੀ ਆਫੀਸਰ ਬੀਕੇ ਉੱਪਰ ਸੀ। ਤੇ ਉਹ ਐਂਡ ਆਫ ਦਾ ਡੇ ਜਦੋਂ ਉਹਨਾਂ ਦੀ ਇਕੁਇਟਲ ਹੋਈ ਆ, ਉਹਦੇ ਵਿੱਚ 59 ਜਿਹੜੇ ਗਵਾਹ ਆ ਉਹ ਹੌਸਟਾਈਲ ਹੋਏ ਆ, ਇਨਕਲੂਡਿੰਗ ਆਈਓ ਐਂਡ ਸੁਪਰਵਾਈਜ਼ਰੀ ਆਫੀਸਰ। ਔਰ ਮੈਨੂੰ ਕਿਉਂਕਿ ਮੈਂ ਥੋੜੀ ਬਹੁਤੀ ਨੌਕਰੀ ਵੀ ਕੀਤੀ ਆ, ਜਿੰਨੀ ਮੈਨੂੰ ਗੱਲ ਸਮਝ ਆਉਂਦੀ ਆ, ਕਿਉਂਕਿ ਜੇ ਇਦਾਂ ਦੇ ਅਸੀਂ ਕੰਮ ਕਰਦੇ ਆ ਔਰ ਉਸ ਜੱਜਮੈਂਟ ਦੇ ਵਿੱਚ ਜਿਹੜੀ
सरदार प्रकाश सिंह बादल ते उन्होंने परिवार से आई सी, ਉਹਦੇ ਵਿੱਚ बेसिकली बीपी ਉੱਪਰ ਲਈ ਰਿਕਮੈਂਡ ਹੋਇਆ ਸੀ ਕਿ ਇਹਦੇ ਤੇ ਪਰਚਰੀ ਤਾਂ ਜਿਹੜਾ ਪਰਚਾ ਦਰਜ ਕੀਤਾ ਜਾਵੇ ਔਰ ਇਹ ਹਾਈ ਕੋਰਟ ਦੇ ਵਿੱਚ ਅਨਕੰਡੀਸ਼ਨਲ ਅਪੋਲੋਜੀ ਲੈ ਕੇ ਤੇ ਉਹ ਕੇਸ ਜਿਹੜਾ ਆ ਉਹ ਸੈਟਲ ਹੋਇਆ। ਕੈਪਟਨ ਅਮਰਿੰਦਰ ਸਿੰਘ ਜੀ ਆਪਾਂ ਇਹ ਨਾ ਕਰੀਏ, ਆਪਾਂ ਇਹ ਕਿੱਧਰ ਨੂੰ ਖੇਡ ਤੋਰ ਲਈ ਆ। ਔਰ ਮੈਂ ਤਾਂ ਕਿਉਂਕਿ ਨਾ ਤਾਂ ਕੋਈ ਡਿਵੀਜ਼ਨ ਹੈ ਕਾਂਗਰਸ ਦੇ ਵਿੱਚ, ਲੇਕਿਨ ਮੈਂ ਤੁਹਾਨੂੰ ਵੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਵੀ ਕਹੂੰਗਾ ਕਿਉਂਕਿ ਆਪਾਂ ਸਾਰਿਆਂ ਨੇ ਪੰਜਾਬ 'ਚ ਰਹਿਣਾ, ਆਪਣੇ ਬੱਚਿਆਂ ਨੇ ਪੰਜਾਬ 'ਚ ਪੜ੍ਹਨਾ, ਆਪਾਂ ਪੰਜਾਬ ਦੇ ਜੰਮਪਲ ਹੈ, ਆਪਾਂ ਪੰਜਾਬ ਦੀ ਬਿਹਤਰੀ ਦੀ ਗੱਲ ਕਰਦੇ ਆ, ਲੇਕਿਨ ਆਪਾਂ ਡਿਵੀਜ਼ਨ ਦੀ ਗੱਲ ਨਾ ਕਰਕੇ ਆਪਾਂ ਇੱਕ ਸਿਸਟਮ ਦੀ ਔਰ ਇੱਕ ਇਸ਼ੂਜ਼ ਦੀ ਗੱਲ ਕਰੀਏ। ਕਿਉਂਕਿ ਜੇ ਆਪਾਂ ਇਸ਼ੂਜ਼ ਦੀ ਗੱਲ ਨਹੀਂ ਕਰਾਂਗੇ, ਮੈਂ ਤਾਂ ਕਈ ਵਾਰੀ ਐਕਚੁਅਲੀ ਹੁਣ ਹੋ ਕੀ ਰਿਹਾ ਕਿ ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਆ, ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਆ, ਮੈਨੂੰ ਤਾਂ ਇਹ ਨਹੀਂ ਲੱਗਿਆ ਵੀ ਕਿਹੜਾ ਗਰੁੱਪ ਹੈ। ਇਹ ਗਰੁੱਪ ਕ੍ਰੀਏਟ ਕੀਤੇ ਜਾ ਰਹੇ ਆ ਔਰ ਉਹਦੇ ਵਿੱਚ ਜਿਹੜੇ ਸੀਨੀਅਰ ਬੰਦੇ ਜਿਹੜੇ ਕਹਿੰਦੇ ਜੀ ਹੁਣ ਫਲਾਣੇ ਗਰੁੱਪ 'ਚ ਕੋਈ ਚਾਹ ਪੀ ਕੇ ਫੋਟੋ ਖਿਚਾ ਰਿਹਾ, ਕੋਈ ਕੁਛ ਕਰਕੇ ਫੋਟੋ ਖਿਚਾ ਰਿਹਾ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਆਪਾਂ ਇਸ਼ੂਜ਼ ਦੀ ਗੱਲ ਕਰੀਏ, ਆਪਾਂ ਲੋਕਾਂ ਦੇ ਵਿੱਚ ਜਾਣਾ, ਜਿਹੜੇ ਇਸ਼ੂਜ਼ ਨੂੰ ਆਪਾਂ ਖੜੇ ਹੋਏ ਆ ਨਾ ਉਸ ਇਸ਼ੂਜ਼ ਤੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਹੈ। ਔਰ ਇੱਕ ਹੋਰ ਪ੍ਰਥਾ ਚੱਲ ਪਈ ਵੀ ਜਿਹੜੇ ਪੀਏ ਆ ਉਹਨਾਂ ਤੇ ਪਰਚਾ, ਸਾਡੇ ਇੱਕ ਮੰਤਰੀ ਦੇ ਪੀਏ ਤੇ ਮੇਰਾ ਖਿਆਲ ਹੈ ਕਿ 3-4 ਮਹੀਨੇ ਬਾਅਦ ਜਾਂ 7 ਮਹੀਨੇ ਬਾਅਦ ਪਰਚਾ ਦਿੱਤਾ। ਤੇ ਜਿਹੜੇ ਤੁਹਾਡੇ ਪੀਏ ਆ ਜਿਹੜੇ ਪਿਛਲੇ 4-4.5 ਸਾਲਾਂ ਦੇ ਵਿੱਚ ਜਿੱਥੇ 7 ਸਟਾਰ ਹੋਟਲ ਤੇ 7 ਸਟਾਰ ਹੀ ਲਗਭਗ ਮੈਰਿਜ ਪੈਲੇਸਿਸ ਤੇ ਇੱਕ OSD ਤਾਂ ਉਹ ਆ ਵੀ STF ਦੀ ਰਿਪੋਰਟ ਦੇ ਵਿੱਚ ਜਿਹੜਾ ਰਾਣੂ ਸਰਪੰਚ ਫੜਿਆ ਸੀ ਤੇ ਉਹਦਾ ਨਾਂ ਉਹਦੇ ਵਿੱਚ ਬੋਲਦਾ, ਕਦੀ ਆਪਾਂ ਕਿੱਧਰ ਨੂੰ, ਆਪਣਾ ਸਟਾਫ ਕਿੱਧਰ ਨੂੰ ਜਾਣਾ, ਆਪਾਂ ਕਿਤੇ ਦਾ ਖੜ ਜਾਈਏ। ਔਰ ਪਤਾ ਨਹੀਂ ਹੁਣ ਮੈਂ ਤਾਂ ਹੈਰਾਨਗੀ ਮੈਨੂੰ ਇਸ ਗੱਲ ਦੀ ਆ ਵੀ ਜਿਹੜਾ ਆ ਬਠਿੰਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਜਿਹੜਾ ਕ੍ਰਾਂਤੀ ਸਿੰਘ ਕੋਲੋਂ ਅਰਦਾਸ ਕਰਾਈ ਗਈ ਆ, ਉਹਨੂੰ ਨੋਮੀਨੇਟ ਤਾਂ ਕਰ ਲਿਆ ਪਰ ਕੈਪਟਨ ਸਾਹਿਬ ਉਹਦੇ ਤੋਂ ਪੜਦਾ ਜਿਹੜਾ ਇਹ ਸ਼ਰਾਰਤ ਹੋਈ ਆ ਔਰ ਇਹ ਸ਼ਰਾਰਤ ਬੀਜੇਪੀ ਵੱਲੋਂ ਹੋਈ ਆ ਕਿਉਂਕਿ ਬੀਜੇਪੀ ਦਾ ਇੱਕ ਲੀਡਰ ਜਿਹੜਾ ਉਹਦੇ ਵਿੱਚ ਇਨਵੋਲਵ ਹੋਇਆ, ਉਹਦੀ ਫੁਟੇਜ ਵੀ ਆਈ ਆ ਜਾਂ ਹੋਰ ਵੀ ਚੀਜ਼ਾਂ ਆਈਆਂ ਤੇ ਆਪਾਂ ਇਹੋ ਜਿਹੀਆਂ ਸ਼ਰਾਰਤਾਂ ਪੰਜਾਬ ਦੇ ਵਿੱਚ ਕਰਾਂਗੇ ਤਾਂ ਇਹ ਪੰਜਾਬ ਦੀ ਬਹੁਤੀ ਚੰਗੀ ਗੱਲ ਨਹੀਂ। ਔਰ ਮੈਂ ਅੱਛਾ ਉਹ ਤੋਂ ਗਾਂ ਸੁਣ ਲਓ, ਇੱਕ ਪਾਸੇ ਤਾਂ ਅਸੀਂ IG ਪਰਮਰਾਜ ਉਮਰਾ ਲੰਗੜ ਨੂੰ ਸਸਪੈਂਡ ਕੀਤਾ ਹੋਇਆ ਤੇ ਇੱਕ ਉਹਨੇ ਹਾਈ ਕੋਰਟ ਦੇ ਵਿੱਚ ਰਿਟ ਪਾਈ ਸੀ CWP 22,703 2020 ਉਹਦੇ ਵਿੱਚ ਜਿਹੜਾ ਸਾਡਾ ਐਡਵੋਕੇਟ ਜਨਰਲ ਦਾ ਅੰਗੇਜ ਕੀਤਾ ਹੋਇਆ ਵਕੀਲ ਹੈ ਉਹਨੇ ਔਨ ਰਿਕਾਰਡ ਸਟੇਟਮੈਂਟ ਦਿੱਤੀ। ਮੈਂ ਤਾਂ ਵੈਸੇ ਹੀ ਉਹ ਪੜ੍ਹਨ ਲੱਗ ਪਿਆ, ਮੈਂ ਕਿਹਾ ਦੇਖਾਂ ਤਾਂ ਸਹੀ ਵੀ ਇਹ ਕੀ ਕਰਦੇ ਤੇ ਔਨ ਰਿਕਾਰਡ ਉਹਦੇ ਵਿੱਚ ਕਿਹਾ ਗਿਆ ਵੀ ਅਸੀਂ ਇਹਦੇ ਅਗੇਂਸਟ ਕੋਈ ਪ੍ਰੋਸੀਡਿੰਗ ਜਿਹੜੀਆਂ ਉਹ ਬਿਲਕੁਲ ਨਹੀਂ ਕਰਾਂਗੇ। ਇੱਕ ਪਾਸੇ ਉਹਨੂੰ ਸਸਪੈਂਡ ਕੀਤਾ ਹੋਇਆ ਆ, ਉਹਦੀ ਫਾਈਲ, ਉਹਦੇ ਗਾਂ ਐਕਸ਼ਨ, ਲੇਕਿਨ ਦੂਸਰੇ ਪਾਸੇ ਅਸੀਂ ਜਿਹੜਾ ਆ ਅਸੀਂ ਹਾਈ ਕੋਰਟ ਦੇ ਵਿੱਚ ਕੀ ਸਟੇਟਮੈਂਟ ਦੇਂਦੇ ਆ, ਕੈਪਟਨ ਅਮਰਿੰਦਰ ਸਿੰਘ ਜੀ ਇਹ ਸਰਕਾਰ ਕੌਣ ਚਲਾ ਰਿਹਾ, ਇਹ ਕਿੱਦਾਂ ਚੱਲ ਰਹੀ ਹੈ। ਮੈਨੂੰ ਤਾਂ ਕਈ ਵਾਰੀ ਅਸਲੀ ਗੱਲ ਹੈ ਮੈਂ ਬਹੁਤ ਰਿਸਪੈਕਟ ਕਰਦਾ ਕਿਉਂਕਿ ਇਸ ਕਰਕੇ ਕਰਦਾ ਵੀ ਇਸ ਬੰਦੇ ਦੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਜਿਹੜੀ ਆ ਉਹ ਸਾਰਿਆਂ ਨਾਲੋਂ ਚੰਗੀ ਸੀ, ਪਰ ਮੈਨੂੰ ਹੁਣ ਕਈਆਂ ਚੀਜ਼ਾਂ ਤੇ ਸ਼ੱਕ ਹੁੰਦਾ ਕਿ ਇਹਨਾਂ ਦੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਕੀ ਹੈਗੀ ਆ। ਮੈਨੂੰ ਇਸ ਗੱਲ ਤੇ ਵੀ ਕਿਉਂਕਿ ਆਪਾਂ ਕਿੰਨੇ ਕੁ ਚਿਰ ਪੜਦੇ ਪਾਈ ਜਾਵਾਂਗੇ, ਆਪਾਂ ਕਿੰਨਾ ਕੁ ਚਿਰ ਇਹਨਾਂ ਨੂੰ ਢੱਕੀ ਜਾਵਾਂਗੇ। ਔਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਮ ਸੇ ਕਮ ਤੁਸੀਂ ਜੇ
ਇਹ ਜਿਹੜੀਆਂ ਸਿਲੈਕਟਿਵ ਖਬਰਾਂ ਜਿਹੜੀਆਂ ਖਾਸ ਕਰਕੇ ਡੋਜ਼ੀਅਰ ਦੀਆਂ ਲੱਗ ਰਹੀਆਂ, ਤੇ ਜੇ ਅਲਟੀਮੇਟਲੀ ਇਹ ਗੱਲ ਸੱਚੀ ਆ, ਇਹ ਤੁਹਾਡੀ ਕਨਫੈਸ਼ਨਲ ਸਟੇਟਮੈਂਟ ਆ, ਔਰ ਉਸ ਕਨਫੈਸ਼ਨਲ ਸਟੇਟਮੈਂਟ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਿਜ਼ਲਟਸ ਆ ਬੜੇ ਮਾੜੇ ਹੋਣਗੇ। ਔਰ ਦੇਖੋ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਮੈਨੂੰ ਲੱਗਦਾ ਸਭ ਤੋਂ ਔਖਾ ਰਿਫਾਰਮ ਕਰਨਾ, 1.25 ਲੱਖ ਟੀਚਰ ਹੈ, ਮੇਰਾ ਖਿਆਲ 23 ਤੋਂ 24 ਲੱਖ ਬੱਚਾ, ਅਸੀਂ ਜੇ 3 ਸਾਲਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਰਿਫਾਰਮ ਕਰਕੇ, ਕਿਉਂਕਿ ਜੇ ਪੋਲੀਟੀਕਲ ਵਿਲ ਹੈ, ਆਫੀਸਰਸ ਦੀ ਵਿਲ ਹੈ, ਤਾਂ ਫਿਰ ਆਪਾਂ ਜੇ 22ਵੇਂ ਸਥਾਨ ਤੋਂ ਪਹਿਲੇ ਸਥਾਨ ਤੇ ਪਹੁੰਚ ਸਕੇ। ਇਹਦਾ ਮਤਲਬ ਬਾਕੀ ਕੰਮਾਂ 'ਚ ਸਾਡੀ ਪੋਲੀਟੀਕਲ ਵਿਲ ਹੈ ਨਹੀਂ। ਉਹਦੇ ਲਈ ਮੈਂ ਨਹੀਂ ਕਹਿੰਦਾ ਤੁਸੀਂ ਉਹ ਰਾਈਟਲੀ ਕਲੇਮ ਵੀ ਕਰਦੇ ਆ, ਔਰ ਮੈਂ ਮੁਬਾਰਕਬਾਦ ਵੀ ਦਿੰਦਾ ਕਿ ਜਿਹੜੀ ਗੱਲ ਚੰਗੀ ਆ ਉਹ ਚੰਗੀ ਵੀ ਹੈਗੀ ਹੈ, ਪਰ ਆਪਾਂ ਇਹ ਸਿਸਟਮ ਨੂੰ ਕਿੱਧਰ ਨੂੰ ਤੋੜ ਰਹੇ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ।